Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana District Fazilka. And I welcome you all in this lecture of economics. ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਉਪਭੋਗਤਾ ਸੰਤੁਲਨ। ਤਾਂ ਜੋ ਕਿ ਆਪਣੇ ਚੈਪਟਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਜਦੋਂ ਆਪਾਂ ਇਹ ਚੈਪਟਰ ਸ਼ੁਰੂ ਕੀਤਾ ਸੀ ਉਹਦੇ ਚ ਆਪਾਂ ਗੱਲ ਕੀਤੀ ਸੀ ਵੀ ਜੋ ਵੀ ਆਪਾਂ ਇਹ ਤੁਸ਼ਟੀ ਗੁਣ ਵਿਸ਼ਲੇਸ਼ਣ ਪੜ ਰਹੇ ਹਾਂ ਜਿੰਦੇ ਚ ਆਪਾਂ ਇਹ ਮੰਨ ਕੇ ਚੱਲੇ ਵੀ ਜੋ ਵੀ ਕਿਸੇ ਵੀ ਵਸਤੂ ਤੋਂ ਮਿਲਣ ਵਾਲਾ ਤੁਸ਼ਟੀ ਗੁਣ ਹੈ ਜਾਂ ਸੰਤੁਸ਼ਟੀ ਹੈ ਆਪਾਂ ਉਹਨੂੰ ਕੀ ਕਰ ਸਕਦੇ ਹਾਂ, ਉਹਨੂੰ ਆਪਾਂ ਗਣਨਾ ਕਰ ਸਕਦੇ ਹਾਂ, ਉਹਨੂੰ ਆਪਾਂ ਅੰਕਾਂ ਦੇ ਵਿੱਚ ਜਿਹੜਾ ਹੈ ਉਹ ਮਾਪ ਸਕਦੇ ਹਾਂ। ਤਾਂ ਆਪਾਂ ਉਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਪੜੀਆਂ। ਆਪਾਂ ਉਹਦੇ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ ਪੜਿਆ, ਆਪਾਂ ਸਮ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ ਪੜਿਆ, ਆਪਾਂ ਆਰੰਭਿਕ ਤੁਸ਼ਟੀ ਗੁਣ ਪੜਿਆ, ਕੁੱਲ ਤੁਸ਼ਟੀ ਗੁਣ ਪੜਿਆ, ਸੀਮਾਂਤ ਤੁਸ਼ਟੀ ਗੁਣ ਪੜਿਆ, ਕੁੱਲ ਤੁਸ਼ਟੀ ਗੁਣ ਤੇ ਸੀਮਾਂਤ ਤੁਸ਼ਟੀ ਗੁਣ ਦਾ ਸੰਬੰਧ ਪੜਿਆ। ਇਹ ਸਾਰੀਆਂ ਚੀਜ਼ਾਂ ਆਪਾਂ ਕਿਉਂ ਪੜੀਆਂ? ਉਹ ਇਸ ਕਰਕੇ ਪੜੀਆਂ ਕਿਉਂਕਿ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਮਦਦ ਨਾਲ ਕੀ ਕਰ ਸਕੀਏ, ਉਪਭੋਗਤਾ ਦਾ ਸੰਤੁਲਨ ਜਿਹੜਾ ਹੈ ਉਹਨੂੰ ਆਪਾਂ ਪ੍ਰਾਪਤ ਕਰ ਸਕੀਏ। ਯਾਨੀ ਕਿ ਆਪਾਂ ਇੱਕ ਅਜਿਹੀ ਬਿੰਦੂ ਦਾ, ਇੱਕ ਅਜਿਹੀ ਸਥਿਤੀ ਦਾ ਆਪਾਂ ਪਤਾ ਲਗਾ ਸਕੀਏ ਜਿੱਥੇ ਆਪਾਂ ਇਹ ਕਹਿ ਸਕੀਏ ਕਿ ਲੋ ਜੀ ਸਾਡਾ ਜਿਹੜਾ ਉਪਭੋਗਤਾ ਹੈ ਉਹ ਕੀ ਹੈ, ਉਹ ਸੰਤੁਲਨ ਦੇ ਵਿੱਚ ਹੈ। ਮਤਲਬ ਉਹ ਇੱਕ ਅਜਿਹੀ ਸਥਿਤੀ ਨੂੰ, ਇੱਕ ਅਜਿਹੇ ਬਿੰਦੂ ਨੂੰ ਪ੍ਰਾਪਤ ਕਰ ਚੁੱਕਿਆ ਹੈ ਜਿੱਥੋਂ ਉਹ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਚਾਹੁੰਦਾ। ਕਿਉਂ ਨਹੀਂ ਚਾਹੁੰਦਾ? ਉਹਨੂੰ ਲੱਗਦਾ ਹੈ ਕਿ ਜਿੱਥੇ ਮੈਂ ਹੈਗਾ ਉੱਥੋਂ ਮੇਰੀ ਸੰਤੁਸ਼ਟੀ ਜਿਹੜੀ ਹੈ ਉਹ ਵੱਧ ਤੋਂ ਵੱਧ ਹੋ ਰਹੀ ਹੈ, ਇਸ ਤੋਂ ਵੱਧ ਸੰਤੁਸ਼ਟੀ ਮੈਨੂੰ ਮਿਲ ਹੀ ਨਹੀਂ ਸਕਦੀ, ਤਾਂ ਮੈਂ ਇਸ ਤੋਂ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਚਾਹਾਂਗਾ ਨਹੀਂ। ਤਾਂ ਉਹੀ ਜਿਹੜੀ ਸਥਿਤੀ ਹੈ ਉਹ ਉਪਭੋਗਤਾ ਦਾ ਕੀ ਹੋਏਗਾ, ਸੰਤੁਲਨ ਹੋਏਗਾ। ਆਪਾਂ ਅੱਜ ਉਹੀ ਉਪਭੋਗਤਾ ਸੰਤੁਲਨ ਜਿਹੜਾ ਹੈ ਉਹ ਪੜਾਂਗੇ। ਪਰ ਜਿਹੜਾ ਉਪਭੋਗਤਾ ਸੰਤੁਲਨ ਆਪਾਂ ਅੱਜ ਪੜਨਾ ਹੈ ਉਹ ਆਪਾਂ ਪੜਾਂਗੇ ਉਸ ਹਾਲਤ ਦੇ ਵਿੱਚ ਜਦੋਂ ਆਪਣਾ ਉਪਭੋਗਤਾ ਜਿਹੜਾ ਹੈ ਉਹ ਸਿਰਫ ਇੱਕ ਚੀਜ਼ ਦਾ ਉਪਭੋਗ ਕਰਦਾ ਹੈ। ਆਪਾਂ ਗੱਲ ਕੀਤੀ ਸੀ ਕਿ ਆਪਣੇ ਕੋਲ ਦੋ ਨਿਯਮ ਨੇ। ਇੱਕ ਹੈ ਗੌਸਨ ਦਾ ਪਹਿਲਾ ਨਿਯਮ ਜਿਹਨੂੰ ਆਪਾਂ ਕਿਹਾ ਸੀ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ। ਦੂਸਰਾ ਆਪਾਂ ਕੀਤਾ ਸੀ ਗੌਸਨ ਦਾ ਦੂਜਾ ਨਿਯਮ ਜਿਹੜਾ ਸੀ ਸਮ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ। ਆਪਾਂ ਕਿਹਾ ਸੀ ਵੀ ਜੇ ਤਾਂ ਇੱਕ ਉਪਭੋਗਤਾ ਇੱਕ ਵਸਤੂ ਦਾ ਉਪਭੋਗ ਕਰ ਰਿਹਾ ਤਾਂ ਆਪਾਂ ਲਗਾਵਾਂਗੇ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ। ਜੇ ਉਹ ਦੋ ਵਸਤੂਆਂ ਜਾਂ ਦੋ ਤੋਂ ਜ਼ਿਆਦਾ ਵਸਤੂਆਂ ਦਾ ਉਪਭੋਗ ਕਰ ਰਿਹਾ ਉਦੋਂ ਆਪਾਂ ਲਗਾਵਾਂਗੇ ਸਮ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ। ਠੀਕ ਹੈ, ਤਾਂ ਆਪਾਂ ਅੱਜ ਗੱਲ ਕਰਦੇ ਹਾਂ ਇੱਕ ਵਸਤੂ ਦੀ ਸਥਿਤੀ ਦੇ ਵਿੱਚ ਉਪਭੋਗਤਾ ਦਾ ਸੰਤੁਲਨ। ਉਹਦੇ ਚ ਆਪਾਂ ਕੀ ਕਰਾਂਗੇ, ਆਪਾਂ ਯੂਜ਼ ਕਰਾਂਗੇ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ। ਠੀਕ ਹੈ, ਜਦੋਂ ਆਪਾਂ ਗੱਲ ਕਰਾਂਗੇ ਦੋ ਵਸਤੂਆਂ ਦੀ ਸਥਿਤੀ ਦੇ ਵਿੱਚ ਉਪਭੋਗਤਾ ਦਾ ਸੰਤੁਲਨ ਦੋ ਦੇ ਵਿੱਚ, ਉਦੋਂ ਆਪਾਂ ਲਗਾਵਾਂਗੇ ਸਮ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ। ਠੀਕ ਹੋ ਗਿਆ? ਇਹ ਯਾਦ ਰੱਖਣਾ ਹੈ ਵੀ ਜਦੋਂ ਇੱਕ ਵਸਤੂ ਹੋਵੇ ਤਾਂ ਕੀ ਕਰਾਂਗੇ, ਆਪਾਂ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ ਜਿਹੜਾ ਹੈ ਉਹ ਲਗਾਵਾਂਗੇ। ਤਾਂ ਆਪਾਂ ਗੱਲ ਕਰਦੇ ਹਾਂ ਅੱਜ ਆਪਣੇ ਟੌਪਿਕ ਦੇ ਵਿੱਚ ਕੀ ਕਰਾਂਗੇ, ਇੱਕ ਵਸਤੂ ਦੀ ਸਥਿਤੀ ਵਿੱਚ ਕੀ ਆਪਾਂ ਪੜਨਾ ਹੈ, ਆਪਾਂ ਪੜਨਾ ਹੈ ਉਪਭੋਗਤਾ ਸੰਤੁਲਨ। ਠੀਕ ਹੈ, ਯਾਨੀ ਆਪਾਂ ਇਹ ਪਤਾ ਲਗਾਵਾਂਗੇ ਵੀ ਜਦੋਂ ਆਪਣਾ ਉਪਭੋਗਤਾ ਜਿਹੜਾ ਹੈ ਉਹ ਸਿਰਫ ਇੱਕ ਵਸਤੂ ਦਾ ਉਪਭੋਗ ਕਰਦਾ ਹੈ, ਸਿਰਫ ਇੱਕ। ਉਹ ਵਸਤੂ X ਹੋ ਸਕਦੀ ਹੈ, ਉਹ ਵਸਤੂ Y ਹੋ ਸਕਦੀ ਹੈ, Z ਹੋ ਸਕਦੀ ਹੈ, ਜੋ ਮਰਜ਼ੀ ਮੰਨ ਲਓ, ਤੁਹਾਡੀ ਆਦੀ ਮਰਜ਼ੀ ਹੈ। ਤਾਂ ਜਦੋਂ ਉਹ ਇੱਕ ਵਸਤੂ ਦਾ ਉਪਭੋਗ ਕਰਦਾ ਹੈ ਤਾਂ ਕਿੱਥੇ ਆ ਕੇ ਉਹ ਬੋਲੇਗਾ ਕਿ ਲੋ ਜੀ ਬਸ ਮੈਂ ਸੰਤੁਲਨ ਚ ਹੈਗਾ, ਮੈਂ ਆਦੀ ਸਥਿਤੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਕਰਨਾ ਨਹੀਂ ਚਾਹੁੰਦਾ। ਆਪਾਂ ਉਹ ਚੀਜ਼ ਜਿਹੜੀ ਹੈ ਉਹ ਅੱਜ ਆਪਾਂ ਦੇਖਣੀ ਹੈ। ਠੀਕ ਹੈ, ਹੁਣ ਉਹਦੇ ਵਾਸਤੇ ਕੀ ਕਰਨਾ ਪਏਗਾ, ਆਮ ਤੌਰ ਤੇ ਜਿਹੜੇ ਕਿਤਾਬਾਂ ਨੇ ਉਹ ਇਹ ਕਹਿੰਦੀਆਂ ਨੇ ਵੀ ਜੇਕਰ ਨਾ ਤੁਸੀਂ ਇੱਕ ਵਸਤੂ ਦੀ ਸਥਿਤੀ ਵਿੱਚ ਉਪਭੋਗਤਾ ਸੰਤੁਲਨ ਦਾ ਪਤਾ ਲਾਣਾ ਹੈ, ਠੀਕ ਹੈ, ਤਾਂ ਉਹਦੇ ਵਾਸਤੇ ਉਹ ਕੀ ਕਰਦੇ ਨੇ, ਇੱਕ ਇਕੁਏਸ਼ਨ ਦੇ ਦਿੰਦੇ ਨੇ ਆਪਾਂ ਨੂੰ। ਉਹ ਲਿਖ ਦਿੰਦੇ ਨੇ ਕਿ ਲਓ ਜੀ MUX ਬਟਾ PX ਬਰਾਬਰ MEN। ਠੀਕ ਹੈ, ਆ ਇਕੁਏਸ਼ਨ ਲਿਖ ਦਿੰਦੇ ਨੇ। ਹੁਣ ਉਹ ਕਹਿੰਦੇ ਨੇ ਕਿ ਲੋ ਜੀ ਜਿਹੜਾ ਤਾਂ ਇਹਦੇ ਚ MUX ਹੈ, M ਦਾ ਮਤਲਬ ਹੈ ਮਾਰਜਨਲ, U ਦਾ ਮਤਲਬ ਹੈ ਯੂਟਿਲਿਟੀ। ਮਾਰਜਨਲ ਮਤਲਬ ਸੀਮਾਂਤ, ਯੂਟਿਲਿਟੀ ਮਤਲਬ ਤੁਸ਼ਟੀ ਗੁਣ, X ਮਤਲਬ X ਵਸਤੂ ਤੋਂ। ਯਾਨੀ ਕਿ ਜਿਹੜਾ MU ਹੈ ਉਹ ਕੀ ਹੈ, ਉਹ ਹੈ X ਵਸਤੂ ਤੋਂ ਮਿਲਣ ਵਾਲਾ ਸੀਮਾਂਤ ਤੁਸ਼ਟੀ ਗੁਣ। ਠੀਕ ਹੈ, ਉਹ ਕਹਿੰਦਾ ਵੀ ਜਦੋਂ ਤੁਸੀਂ ਸੰਤੁਲਨ ਦੇ ਵਿੱਚ ਹੋਣਾ ਹੈ ਤਾਂ ਪਹਿਲਾਂ ਤਾਂ ਇਹ ਦੇਖੋ ਵੀ ਜਿਹੜੀ ਵਸਤੂ ਦਾ ਤੁਸੀਂ ਉਪਭੋਗ ਕਰ ਰਹੇ ਹੋ, ਆਪਾਂ ਕਿਹੜੀ ਵਸਤੂ ਦਾ ਉਪਭੋਗ ਕਰ ਰਹੇ ਹਾਂ, X ਵਸਤੂ ਦਾ,
ਤਾਂ ਪਹਿਲਾਂ ਤਾਂ ਇਹ ਵੇਖੋ ਵੀ x ਵਸਤੂ ਦਾ ਉਪਭੋਗ ਕਰਨ ਦੇ ਨਾਲ ਤੁਹਾਨੂੰ ਕਿੰਨਾ ਸੀਮਾਂਤ ਤੁਸ਼ਟੀਗੁਣ ਜਿਹੜਾ ਹੈ ਉਹ ਮਿਲ ਰਿਹਾ। ਕਿਉਂ? ਦੇਖੋ ਮੈਂ ਕਹਿਣਾ ਹੈ ਕਿ ਮੈਂ ਸੰਤੁਲਨ ਦੇ ਵਿੱਚ ਹੈਗਾ ਜੀ, ਤਾਂ ਮੈਂ ਕਦੋਂ ਕਹਾਂਗਾ? ਜਦੋਂ ਮੈਨੂੰ ਲੱਗੇਗਾ ਕਿ ਮੇਰੀ ਸੰਤੁਸ਼ਟੀ ਵੱਧ ਤੋਂ ਵੱਧ ਹੋ ਰਹੀ ਹੈ, ਮੇਰਾ ਤੁਸ਼ਟੀਗੁਣ ਵੱਧ ਤੋਂ ਵੱਧ ਹੋ ਰਿਹਾ ਹੈ, ਮੈਂ ਉਦੋਂ ਕਹਾਂਗਾ ਨਾ ਕਿ ਮੈਂ ਹੁਣ ਇਸ ਤੋਂ ਬਾਅਦ ਬਦਲਾਵ ਕਰਨਾ ਨਹੀਂ ਚਾਹੁੰਦਾ। ਇਹਦਾ ਮਤਲਬ ਮੈਨੂੰ ਪਤਾ ਤਾਂ ਹੋਵੇ ਕਿ ਜਿਹੜੀ ਵਸਤੂ ਤੇ ਆ ਕੇ, ਜਿੱਥੇ ਆ ਕੇ ਮੈਂ ਬੋਲਣਾ ਹੈ ਕਿ ਮੈਂ ਹੁਣ ਕੀ ਆ ਜੀ, ਮੈਂ ਸੰਤੁਲਨ ਚ, ਮੈਂ ਬਦਲਾਵ ਕਰਨਾ ਨਹੀਂ ਚਾਹੁੰਦਾ, ਉਦੋਂ ਮੈਨੂੰ ਪਤਾ ਤਾਂ ਹੋਵੇ ਕਿ ਉਸ ਪੁਆਇੰਟ ਤੇ ਜਾ ਕੇ ਮੈਨੂੰ ਕਿੰਨਾ ਸੀਮਾਂਤ ਤੁਸ਼ਟੀਗੁਣ ਮਿਲਦਾ ਪਿਆ। ਤਾਂ ਪਹਿਲੀ ਚੀਜ਼ ਤਾਂ ਆਪਾਂ ਇਹ ਧਿਆਨ 'ਚ ਰੱਖਾਂਗੇ ਵੀ ਜਿੱਥੇ ਆ ਕੇ ਆਪਾਂ ਰੁਕਣਾ ਹੈ, ਜਿੱਥੋਂ ਅੱਗੇ ਆਪਾਂ ਨਹੀਂ ਜਾਣਾ, ਜਿੱਥੋਂ ਪਿੱਛੇ ਆਪਾਂ ਨਹੀਂ ਜਾਣਾ, ਉੱਥੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਨੂੰ ਉਸ ਇਕਾਈ ਦਾ ਉਪਭੋਗ ਕਰਨ ਤੇ ਕਿੰਨਾ ਸੀਮਾਂਤ ਤੁਸ਼ਟੀਗੁਣ ਜਿਹੜਾ ਹੈ ਉਹ ਮਿਲ ਰਿਹਾ। ਠੀਕ ਹੈ। ਦੂਜੀ ਗੱਲ ਉਹ ਕੀ ਕਹਿੰਦੇ ਆ, ਉਹਨੇ ਕੀ ਕੀਤਾ, ਇਹਨੂੰ ਨਾ px ਨਾਲ ਭਾਗ ਕਰਤਾ। ਹੁਣ px ਕੀ ਹੈ? px ਹੈ, x ਦਾ ਮਤਲਬ ਕੀ ਹੋਇਆ? x ਵਸਤੂ, ਠੀਕ ਹੈ। p ਦਾ ਮਤਲਬ ਹੁੰਦਾ ਪ੍ਰਾਈਸ, ਪ੍ਰਾਈਸ ਮਤਲਬ ਕੀਮਤ, ਤਾਂ x ਵਸਤੂ ਦੀ ਕੀਮਤ, ਠੀਕ ਹੈ। ਉਹ ਕਹਿੰਦਾ ਹੈ ਵੀ ਤੁਸੀਂ ਸਿਰਫ ਇਹ ਧਿਆਨ ਨਹੀਂ ਰੱਖਣਾ, ਆਈ ਐਮ ਰਿਪੀਟਿੰਗ ਮਾਈ ਵਰਡਸ, ਮੈਂ ਆਦੀ ਗੱਲ ਰਿਪੀਟ ਕਰ ਰਿਹਾ। ਉਹ ਕਹਿੰਦਾ ਸਿਰਫ ਇਹ ਨਹੀਂ ਵੇਖਣਾ ਵੀ ਜਿਹੜੀ ਚੀਜ਼ ਦਾ ਉਪਭੋਗ ਕਰ ਰਹੇ ਹੋ ਉੱਥੋਂ ਸੀਮਾਂਤ ਤੁਸ਼ਟੀਗੁਣ ਕਿੰਨਾ ਮਿਲਦਾ ਪਿਆ, ਖਾਲੀ MUX ਨਹੀਂ ਵੇਖਣਾ, ਨਾਲ ਦੇ ਨਾਲ ਉਹਦੀ ਕੀਮਤ ਵੀ ਵੇਖਣੀ ਹੈ ਵੀ ਜਿਹੜੀ ਚੀਜ਼ ਦਾ ਉਪਭੋਗ ਕਰਦੇ ਪਿਓ ਭਾਈ ਸਾਹਿਬ, ਉਹਦੇ ਬਦਲੇ ਪੈਸੇ ਕਿੰਨੇ ਦਿੰਦੇ ਪਿਓ, ਇਹ ਵੀ ਵੇਖੋ। ਜਿਵੇਂ ਸਪੋਜ਼ ਕਰੋ, ਮੰਨ ਲਓ ਮੈਂ ਕਹਾਂ ਕਿ ਇੱਕ ਵਸਤੂ A ਹੈ ਤੇ ਇੱਕ ਵਸਤੂ B ਹੈ। ਜਿਹੜੀ A ਵਸਤੂ ਹੈ ਉੱਥੋਂ ਮੈਂ ਉਹਦਾ ਉਪਭੋਗ ਕੀਤਾ, ਮੈਂ B ਵਸਤੂ ਦਾ ਵੀ ਉਪਭੋਗ ਕੀਤਾ। ਮੈਂ ਕਿਹਾ ਵੀ ਜਿਹੜਾ A ਵਸਤੂ ਹੈ ਨਾ, ਉੱਥੋਂ ਮੈਨੂੰ ਜਿਹੜਾ ਤੁਸ਼ਟੀਗੁਣ ਮਿਲਿਆ, ਸੀਮਾਂਤ ਤੁਸ਼ਟੀਗੁਣ, ਉਹ ਮਿਲਿਆ 10 ਨਿਊਟਨ। ਠੀਕ ਹੈ। ਮੈਂ A ਵਸਤੂ ਦਾ ਉਪਭੋਗ ਕੀਤਾ ਤਾਂ ਮੈਂ ਕਿਹਾ ਮੈਨੂੰ ਕਿੰਨਾ ਤੁਸ਼ਟੀਗੁਣ ਮਿਲਿਆ? 10 ਨਿਊਟਨ। ਠੀਕ ਹੈ। ਜਿਹੜੀ B ਵਸਤੂ ਹੈ, ਮੈਂ ਇਹਦਾ ਉਪਭੋਗ ਕੀਤਾ, ਇਹਦਾ ਉਪਭੋਗ ਕਰਨ ਤੇ ਜਿਹੜਾ ਮੈਨੂੰ ਸੀਮਾਂਤ ਤੁਸ਼ਟੀਗੁਣ ਮਿਲਿਆ ਉਹ ਮਿਲਿਆ 16 ਨਿਊਟਨ। ਠੀਕ ਹੈ। ਇਹਦੇ ਤੋਂ ਮਿਲਿਆ 10 ਨਿਊਟਨ, ਇਹਦੇ ਤੋਂ ਮਿਲਿਆ 16 ਨਿਊਟਨ। ਹੁਣ ਤੁਸੀਂ ਕੀ ਕਹੋਗੇ? ਮੰਨ ਲਓ ਮੈਂ ਹੁਣ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਖਰੀਦਣੀ ਹੈ, ਤੁਸੀਂ ਕੀ ਕਹੋਗੇ? ਮੈਨੂੰ ਕਿਹੜੀ ਚੀਜ਼ ਲੈਣੀ ਚਾਹੀਦੀ ਹੈ? ਮੈਂ A ਵਸਤੂ ਲਵਾਂ ਕਿ ਮੈਂ B ਲਵਾਂ? ਹੁਣ ਜੇ ਤਾਂ ਤੁਸੀਂ ਕਹਿਤਾ ਨਾ ਕਿ ਮੈਂ B ਲੈ ਲਵਾਂ, ਫਿਰ ਤੁਸੀਂ ਗਲਤ ਹੋ ਜਾਓਗੇ। ਕਿਉਂ? ਕਿਉਂਕਿ ਮੈਂ ਸਿਰਫ ਤੁਹਾਨੂੰ ਇਹ ਦੱਸਿਆ ਵੀ ਇਸ ਚੀਜ਼ ਤੋਂ ਮੈਨੂੰ 10 ਨਿਊਟਨ ਤੁਸ਼ਟੀਗੁਣ ਮਿਲਦਾ ਪਿਆ, ਇਹਦੇ ਤੋਂ ਮੈਨੂੰ 16 ਮਿਲਦਾ ਪਿਆ। ਮੈਂ ਇਹ ਤਾਂ ਦੱਸਿਆ ਹੀ ਨਹੀਂ ਵੀ A ਵਸਤੂ ਕਿੰਨੇ ਦੀ ਹੈ ਤੇ B ਵਸਤੂ ਕਿੰਨੇ ਦੀ ਹੈ। ਸੋਚ ਕੇ ਦੇਖੋ, ਅਗਰ A ਵਸਤੂ ਜਿਹੜੀ ਹੈ, ਇਹ ਤਾਂ ਆਪਣਾ ਜੋ ਲਿਖਿਆ, ਆਪਾਂ ਕੀ ਲਿਖਿਆ? ਆਪਾਂ ਲਿਖਿਆ ਸਿਰਫ ਆਪਣਾ ਸੀਮਾਂਤ ਤੁਸ਼ਟੀਗੁਣ ਲਿਖਿਆ। ਅਗਰ ਮੈਂ ਇਹਦੀ ਨਾਲ ਦੇ ਨਾਲ ਦੀ ਕੀਮਤ ਵੀ ਲਿਖ ਦੇਵਾਂ, ਮੈਂ ਕਹਾਂ ਕਿ ਜਿਹੜੀ A ਵਸਤੂ ਹੈ 1 ਰੁਪਏ ਦੀ ਹੈ, ਜਿਹੜੀ B ਵਸਤੂ ਹੈ ਉਹ 4 ਰੁਪਏ ਦੀ ਹੈ। ਹੁਣ ਸੋਚੋ ਵੀ ਇਸ 1 ਰੁਪਏ ਨੇ ਮੈਨੂੰ ਕਿੰਨਾ ਤੁਸ਼ਟੀਗੁਣ ਦਵਾਇਆ? 10 ਨਿਊਟਨ। ਅਗਰ ਮੈਂ ਇਹਨੂੰ ਵੀ 1 ਰੁਪਏ ਚ ਬਦਲਾਂ ਤਾਂ 4 ਰੁਪਏ ਨਾਲ ਮੈਨੂੰ 16 ਨਿਊਟਨ ਤੁਸ਼ਟੀਗੁਣ ਮਿਲਦਾ ਪਿਆ। ਉਹਨੂੰ ਛੋਟੀਆਂ ਕਲਾਸਾਂ ਚ ਕਰਾਉਂਦੇ ਸੀ ਨਾ ਵੀ ਇਹਨੂੰ ਚੱਕ ਕੇ ਇੱਧਰ ਲੈ ਜਾਓ ਜੀ, ਇੱਧਰ ਕਿੰਨਾ ਰਹਿ ਜਾਏਗਾ? 1, ਆ ਇੱਥੇ ਕੀ ਹੋ ਜਾਏਗਾ? ਆ 4 ਥੱਲੇ ਚਲਾ ਜਾਏਗਾ, ਆਨਸਰ ਕਿੰਨਾ ਆ ਜਾਏਗਾ? 4। ਯਾਨੀ ਅਗਰ 4 ਰੁਪਏ ਨਾਲ ਮੈਨੂੰ 16 ਨਿਊਟਨ ਤੁਸ਼ਟੀਗੁਣ ਮਿਲਦਾ ਪਿਆ ਤਾਂ ਸੋਚੋ 1 ਰੁਪਏ ਨਾਲ ਕਿੰਨਾ ਮਿਲੇਗਾ? 4 ਨਿਊਟਨ। ਹੁਣ ਇੱਧਰ 1 ਰੁਪਏ ਨਾਲ ਕਿੰਨਾ ਮਿਲਦਾ ਪਿਆ? 10 ਨਿਊਟਨ। ਇੱਥੇ 1 ਰੁਪਏ ਨਾਲ ਕਿੰਨਾ ਮਿਲਦਾ ਪਿਆ? 4 ਨਿਊਟਨ। ਤਾਂ ਉਹ ਕਹਿੰਦਾ ਖਾਲੀ ਇਹ ਨਾ ਵੇਖੋ ਵੀ ਤੁਹਾਨੂੰ ਕਿੰਨਾ ਸੀਮਾਂਤ ਤੁਸ਼ਟੀਗੁਣ ਮਿਲਦਾ ਪਿਆ। ਜੇ ਖਾਲੀ ਇਹ ਵੇਖਿਆ ਹੁੰਦਾ ਵੀ ਕਿੰਨਾ ਸੀਮਾਂਤ ਤੁਸ਼ਟੀਗੁਣ ਮਿਲਦਾ ਪਿਆ ਤਾਂ ਚੁੱਪਚਾਪ ਨਾ B ਵਸਤੂ ਦਾ ਉਪਭੋਗ ਕਰ ਲਿਆ ਹੁੰਦਾ ਮੈਂ। ਪਰ ਜਦੋਂ ਮੈਂ ਕੀਮਤ ਨਾਲ ਧਿਆਨ ਚ ਰੱਖੀ, ਮੈਂ ਕਿਹਾ ਵੀ ਇਹ 10 ਜਿਹੜਾ ਨਿਊਟਨ ਤੁਸ਼ਟੀਗੁਣ ਮਿਲਦਾ ਪਿਆ, ਇਹ ਮਿਲਦਾ ਪਿਆ 1 ਰੁਪਏ ਤੋਂ। ਇਹ 16 ਜ਼ਰੂਰ ਮਿਲਦਾ ਪਿਆ, ਪਰ ਇਹਦੇ ਬਦਲੇ ਰੁਪਏ ਵੀ ਤਾਂ 4 ਦੇਣੇ ਪੈਂਦੇ ਆ। ਤਾਂ 1 ਰੁਪਏ ਤੋਂ ਕਿੰਨਾ ਮਿਲਿਆ? 4। ਯਾਨੀ B ਵਸਤੂ ਨੂੰ ਖਰੀਦਣ ਚ ਕੀ ਹੈ? ਨੁਕਸਾਨ ਹੈ। ਤਾਂ ਉਹ ਕੀ ਕਰਦਾ ਹੈ? ਉਹ ਕੀਮਤ ਨਾਲ ਲੈ ਕੇ ਚੱਲਦਾ ਹੈ। ਉਹ ਕਹਿੰਦਾ ਕੀਮਤ ਵੀ ਵੇਖਣੀ ਹੈ, ਵੀ ਸਿਰਫ ਇਹ ਨਹੀਂ ਵੇਖਣਾ ਲੋ ਜੀ ਸੰਤੁਸ਼ਟੀ ਜ਼ਿਆਦਾ, ਸੰਤੁਸ਼ਟੀ ਜ਼ਿਆਦਾ, ਇਹ ਵੇਖੋ ਕੀਮਤ ਕਿੰਨੀ ਦੇਣੀ ਪੈਂਦੀ ਹੈ। ਜਿਵੇਂ ਅਗਰ ਆਪਾਂ ਆਪਣੀ ਆਮ ਜ਼ਿੰਦਗੀ ਚ ਗੱਲ ਕਰੀਏ, ਮੰਨ ਲਓ ਮੈਂ ਕਹਾਂ ਕਿ ਮੈਂ ਬਾਜ਼ਾਰ ਦੇ ਵਿੱਚ ਸ਼ੂਜ਼ ਲੈਣ ਗਿਆ, ਮੈਨੂੰ ਲੱਗਦਾ ਹੈ ਵੀ ਜਿਹੜੇ 500 ਰੁਪਏ ਦੇ ਮੈਂ ਬੂਟ ਖਰੀਦਣਾ ਨਾ, ਉਹ 500 ਰੁਪਏ ਦੇ ਬੂਟ ਜਿਹੜੇ ਨੇ ਉਹ ਚੱਲਦੇ ਨੇ 6 ਮਹੀਨੇ। ਠੀਕ ਹੈ। ਆਪਾਂ ਆਮ ਤੌਰ ਤੇ ਆਪਣੇ ਨਾਲ ਹੁੰਦਾ ਐਵੇਂ ਵੀ 500 ਰੁਪਏ ਦੇ ਬੂਟ ਖਰੀਦੇ, ਉਹ ਕਹਿੰਦੇ 6 ਮਹੀਨੇ ਬਾਅਦ ਟੁੱਟ ਗਏ ਜੀ। ਮੈਂ ਕੀ ਕੀਤਾ? 5000 ਦੇ ਬੂਟ ਖਰੀਦ ਲਏ, ਉਹ ਸਾਲ ਚੱਲ ਗਏ। ਹੁਣ ਸੋਚੋ ਕਿਹੜੇ ਬੂਟ ਖਰੀਦਣ ਚ ਫਾਇਦਾ ਹੈ? ਹੁਣ ਸੋਚੋ ਵੀ ਜੇ ਮੈਂ ਸਿਰਫ ਇਹ ਵੇਖਾਂ ਕਿ ਲੋ ਜੀ ਬੂਟ ਤਾਂ ਸਾਲ ਚੱਲਦੇ ਪਏ ਨੇ ਤੇ ਬੜੇ ਵਧੀਆ ਨੇ, ਮੈਂ ਲੈ ਲੈਣੇ ਚਾਹੀਦੇ ਨੇ,
अरे साल चलते तो पे ने पर उनके बदले रुपये भी तो 5000 देना पैंदा पिया ये भी तो वेखो जे तुसी दूजे बूट 500 वाले लेंदे वो 6 महीने पर टुट जाते तो साल च किन्ने जोड़े खरीदने पैंदे दो जोड़े खरीदे तो किन्ने रुपये लगते 1000 रुपए हुण 1000 रुपए नाल दो जोड़े आए तो भी साल चल गए वो साल चले 5000 वाले फिर 5000 के बूट लैन का फायदा फिर 500 वाले चंगे नहीं है ਤਾਂ ਸਿਰਫ ਇਹ ਨਹੀਂ ਵੇਖਣਾ ਵੀ ਕਿੰਨੀ ਸੰਤੁਸ਼ਟੀ ਮਿਲਦੀ ਪਈ ਹੈ ਇਹ ਵੀ ਵੇਖਣਾ ਹੈ ਵੀ ਉਹਦੇ ਬਦਲੇ ਪੈਸੇ ਕਿੰਨੇ ਦੇਣੇ ਪੈਂਦੇ ਆ ਉਹ ਵੀ ਨਾਲ ਲੈ ਕੇ ਚੱਲਣਾ ਹੈ ਠੀਕ ਹੈ ਤਾਂ ਹੁਣ ਖਾਲੀ ਆਪਾਂ ਸੀਮਾਂਤ ਤੁਸ਼ਟੀਗੁਣ ਨਹੀਂ ਵੇਖਾਂਗੇ ਨਾਲ ਕੀ ਹੋਏਗਾ ਆਪਾਂ ਉਸ ਵਸਤੂ ਦੀ ਕੀਮਤ ਜਿਹੜੀ ਹੈ ਉਹ ਵੀ ਵੇਖਾਂਗੇ ਕਿ ਆਪਾਂ ਨੂੰ ਉਸ ਵਸਤੂ ਦੇ ਬਦਲੇ ਪੈਸੇ ਕਿੰਨੇ ਦੇਣੇ ਪੈਂਦੇ ਆ ਖਾਲੀ ਸੀਮਾਂਤ ਤੁਸ਼ਟੀਗੁਣ ਨਹੀਂ ਵੇਖਣਾ ਨਾਲ ਨਾਲ ਉਹਦੀ ਕੀਮਤ ਵੀ ਵੇਖਣੀ ਹੈ ਫਿਰ MUM MUM की है मार्जिनल यूटिलिटी MU सेम मार्जिनलिटी सीमांत तुष्टिगुण इधर सी x मतलब सी x वस्तु तो मिलन वाला सीमांत तुष्टिगुण इथे m दा मतलब है एक है MUM m दा मतलब है मनी मुद्रा यानी जेड़ा MUM है ओ की है ओ है मुद्रा दा सीमांत तुष्टि गुण ठीक है यानी हुण की कहंदा है वो कहंदा भी अगर तुसी संतुलन पता करना है ਤੁਹਾਨੂੰ ਤਿੰਨ ਚੀਜ਼ਾਂ ਦਾ ਪਤਾ ਕਰਨ ਦੀ ਲੋੜ ਹੈ ਪਹਿਲਾ ਇਹ ਵੇਖੋ ਵੀ ਤੁਹਾਨੂੰ ਉਸ ਵਸਤੂ ਤੋਂ ਕਿੰਨਾ ਸੀਮਾਂਤ ਤੁਸ਼ਟੀਗੁਣ ਮਿਲਦਾ ਹੈ ਦੂਜਾ ਇਹ ਦੇਖੋ ਵੀ ਉਹਦੇ ਬਦਲੇ ਤੁਸੀਂ ਪੈਸੇ ਕਿੰਨੇ ਦਿੰਦੇ ਹੋ ਕੀਮਤ ਕਿੰਨੀ ਦਿੰਦੇ ਹੋ ਤੀਜਾ ਤੁਸੀਂ ਇਹ ਦੇਖੋ ਵੀ ਜਿਹੜੀ ਮਾਰਜਨਲ ਯੂਟਿਲਿਟੀ ਆਫ ਮਨੀ ਹੈ ਯਾਨੀ ਕਿ ਮੁਦਰਾ ਦਾ ਸੀਮਾਂਤ ਤੁਸ਼ਟੀਗੁਣ ਹੈ ਉਹ ਕਿੰਨਾ ਹੈ ਹੁਣ ਇਸ ਬਰਾਬਰ ਕਿਉਂ ਕੀਤਾ ਗੱਲ ਸੋਚਣ ਵਾਲੀ ਹੈ ਵੀ ਮੁਦਰਾ ਦਾ ਸੀਮਾਂਤ ਤੁਸ਼ਟੀਗੁਣ ਵਿੱਚ ਕਿਵੇਂ ਲਿਆਇਆ ठीक है इस चीज ਨੂੰ ਆਪਾਂ ਆਮ ਤੌਰ ਤੇ ਕਨਫਿਊਜ਼ ਕਰ ਜਾਂਦੇ ਆ ਇਸ ਚੀਜ਼ ਨੂੰ ਆਮ ਤੌਰ ਤੇ ਆਪਾਂ ਗਲਤ ਲੈ ਜਾਂਦੇ ਆ ਠੀਕ ਹੈ ਹੁਣ ਆਪਾਂ ਇਹਨੂੰ ਐਵੇਂ ਨਹੀਂ ਪੜਾਂਗੇ ਆਪਾਂ ਇਹਨੂੰ ਪੜਾਂਗੇ ਇੱਕ ਦੂਜੇ ਤਰੀਕੇ ਨਾਲ ਠੀਕ ਹੈ ਹੁਣ ਆਪਾਂ ਕੀ ਕਰਦੇ ਆ ਇਹਨੂੰ ਛੱਡ ਦਿੰਦੇ ਆ ਸਪੋਜ਼ ਕਰੋ ਤੁਹਾਨੂੰ ਪਤਾ ਹੀ ਨਹੀਂ ਮੈਂ ਤੁਹਾਨੂੰ ਕੋਈ ਇਕੁਏਸ਼ਨ ਸਿਖਾਈ ਹੀ ਨਹੀਂ ਮੈਂ ਤੁਹਾਨੂੰ ਦੱਸਿਆ ਹੀ ਨਹੀਂ ਵੀ MUX PX MUM ਜਿਹੜਾ ਹੈ ਉਹ ਉਪਭੋਗਤਾ ਦੇ ਸੰਤੁਲਨ ਦੀ ਸ਼ਰਤ ਹੁੰਦੀ ਹੈ ਮਤਲਬ ਇੱਕ ਉਪਭੋਗਤਾ ਉਸ ਪੁਆਇੰਟ ਤੇ ਸੰਤੁਲਨ ਦੇ ਵਿੱਚ ਹੋਏਗਾ ਜਦੋਂ ਕੀ ਕਰੇਗਾ MUX ਨੂੰ PX ਨਾਲ ਭਾਗ ਕਰੇਗਾ ਬਰਾਬਰ MUM ਕਰੇਗਾ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਆਂਦਾ ਹੀ ਨਹੀਂ ਮੈਂ ਤੁਹਾਨੂੰ ਸਿਖਾਇਆ ਹੀ ਨਹੀਂ ਠੀਕ ਹੈ ਕੁਝ ਨਹੀਂ ਪਤਾ ਤੁਹਾਨੂੰ ਬਿਲਕੁਲ ਜ਼ੀਰੋ ਹੁਣ ਅਗਰ ਆਪਾਂ ਇਸ ਚੀਜ਼ ਨੂੰ ਸਮਝ ਲੈਣਾ ਤਾਂ ਇੱਕ ਸਿੰਪਲ ਚੀਜ਼ ਸਮਝਦੇ ਆ ਆਪਾਂ ਇੱਕ ਨਾ ਟੇਬਲ ਬਣਾਉਂਦੇ ਆ ਉਹਦੀ ਮਦਦ ਲੈਂਦੇ ਆ ਠੀਕ ਹੈ ਹੁਣ ਇਹ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਤਾਂ ਆਪਾਂ ਕੀਤਾ ਉਪਭੋਗ ਦੀਆਂ ਇਕਾਈਆਂ ਠੀਕ ਹੈ ਹੁਣ ਇਹ ਸਭ ਪਤਾ ਲੱਗ ਜਾਏਗਾ ਵੀ ਇਹ ਜਿਹੜੀ ਸੰਤੁਲਨ ਦੀ ਸ਼ਰਤ ਉਹਨੇ ਬਣਾਈ ਸੀ ਨਾ ਇਹ ਬਣਾਈ ਕਿਵੇਂ ਕਿਉਂਕਿ ਦੇਖੋ ਅਗਰ ਕੋਈ ਫਾਰਮੂਲਾ ਬਣਿਆ ਨਾ ਉਹਦੇ ਵਿੱਚ ਲੌਜੀਕ ਹੋਏਗਾ ਕੋਈ ਨਾ ਕੋਈ ਰੱਟਾ ਤਾਂ ਹੈ ਨਹੀਂ ਲੌਜੀਕ ਹੋਊਗਾ ਉਹ ਲੌਜਿਕ ਸਿੱਖਣਾ ਹੈ ਵੀ ਇਹ ਫਾਰਮੂਲਾ ਬਣਿਆ ਕਿਵੇਂ ਉਹ ਚੀਜ਼ ਸਮਝਣੀ ਹੈ ਤਾਂ ਵਸਤੂ ਦੀਆਂ ਉਪਭੋਗ ਕੀਤੀਆਂ ਇਕਾਈਆਂ ਕੁਝ ਮਰਜ਼ੀ ਹੋ ਸਕਦੀਆਂ ਨੇ 1 2 3 4 ਤੇ 5 ਠੀਕ ਹੈ ਆਪਾਂ ਇੱਥੇ ਲੈ ਲੈਂਦੇ ਆ ਕਿ x ਵਸਤੂ ਜਿਹੜੀ ਆਪਾਂ ਲੈ ਰਹੇ ਆ ਜਿਹੜੀ ਵਸਤੂ ਦਾ ਆਪਾਂ ਉਪਭੋਗ ਕਰ ਰਹੇ ਆ ਨਾ ਉਹਦਾ ਨਾਮ ਹੈ x ਠੀਕ ਹੈ ਤਾਂ ਇੱਕ ਹੀ ਹੈ ਬਸ x ਇੱਕ ਹੀ ਹੈ ਦੂਜੀ ਹੈ ਹੀ ਨਹੀਂ x ਵਸਤੂ ਤੋਂ ਮਿਲਨ ਵਾਲਾ सीमांत तुष्टिगुण भी जेडी ਆਪਾਂ x ਵਸਤੂ ਦਾ ਉਪਭੋਗ ਕਰ ਰਹੇ ਹਾਂ ਉਹਦਾ ਸੀਮਾਂਤ ਤੁਸ਼ਟੀਗੁਣ ਜਿਹੜਾ ਹੈ ਉਹ ਕਿੰਨਾ ਹੈ ਠੀਕ ਹੈ 1 2 3 4 5 ਤਾਂ ਦੇਖੋ ਇਹਦੇ ਵਿੱਚ ਜਿਹੜੀ ਚੀਜ਼ ਯਾਦ ਰੱਖਣੀ ਹੈ ਵੈਸੇ ਯਾਦ ਵੀ ਨਹੀਂ ਰੱਖਣੀ ਪਏਗੀ ਪਹਿਲਾਂ ਹੀ ਪਤਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਆਪਾਂ ਘਟਦੇ ਸੀਮਾਂਤ ਤੁਸ਼ਟੀਗੁਣ ਦੇ ਨਿਯਮ ਦੇ ਵਿੱਚ ਪੜ੍ਹ ਕੇ ਆਏ ਹਾਂ ਵੀ ਜਿਵੇਂ ਜਿਵੇਂ ਉਪਭੋਗ ਵਧਾਵਾਂਗੇ ਉਵੇਂ ਉਵੇਂ ਕੀ ਹੋਊਗਾ हरेक अगली इकाई तो मिलन वाला जेड़ा सीमांत तुष्टिगुण है वो क्या होएगा घटेगा ठीक है कहते कि करना है सीमांत तुष्टिगुण नु घटाना है ये याद रखना है तो मान लो पहली इकाई दा उपभोग किया तो मैंने सीमांत तुष्टिगुण मिलया v ठीक हो गया हुन अगली तो की मिलना है घट मिलना ना तो अगली तो मिलया 18 अगली नहीं उनदे तो मिलया 16 अगली दा उपभोग किया उनदे तो मिलया 14 अगली दा उपभोग किया उतो मिलया 12 ठीक है गल क्लियर हुन जदों ये टेबल बनाना है ਤਾਂ ਉਹਦੇ ਚ ਕਈ ਚੀਜ਼ਾਂ ਇਹ ਜਿਹੜੀਆਂ ਮੰਨ ਕੇ ਚੱਲਣੀਆਂ ਨੇ ਪਹਿਲੀ ਚੀਜ਼ ਜਿਹੜੀ ਮੰਨ ਕੇ ਚੱਲਣੀ ਹੈ ਮੈਂ ਸਾਈਡ ਤੇ ਲਿਖਣ ਲੱਗਿਆ ਇਹ ਮੰਨ ਕੇ ਚੱਲਣਾ ਹੈ ਵੀ ਜਿਹੜੀ ਚੀਜ਼ ਤੁਸੀਂ ਖਰੀਦ ਰਹੇ ਹੋ ਨਾ ਉਹ 4 ਰੁਪਏ ਦੀ ਹੈ ਮਤਲਬ x ਵਸਤੂ ਦੀ ਪਹਿਲੀ ਚੀਜ਼ ਖਰੀਦੋਗੇ ਤਾਂ 4 ਰੁਪਏ ਦੇਣੇ ਪੈਣਗੇ
दूजी खरीदोगे ता भी 4 रुपये, तीजी खरीदोगे ता भी 4 रुपये, चौथी ते भी 4 रुपये, पंजवीं ते भी 4 रुपये। क्यों? क्योंकि ਜਦੋਂ ਮੈਂ ਤੁਸ਼ਟੀਗੁਣ ਵਿਸ਼ਲੇਸ਼ਣ ਦੀਆਂ ਮਾਨਤਾਵਾਂ ਕਰਾਈਆਂ ਸੀ, ਯਾਦ ਕਰੋ ਪਹਿਲੀ ਮਾਨਤਾ ਸੀ ਕਿ ਉਪਭੋਗਤਾ ਵਿਵੇਕਸ਼ੀਲ ਹੈ। ਨੰਬਰ 2 ਤੁਸ਼ਟੀਗੁਣ ਨੂੰ ਆਪਾਂ ਮਾਪ ਸਕਦੇ ਹਾਂ। ਤੀਸਰਾ ਕੀਮਤਾਂ ਸਥਿਰ ਰਹਿੰਦੀਆਂ ਨੇ। 4 ਆਮਦਨ ਸਥਿਰ ਰਹਿੰਦੀ ਹੈ। ਨੰਬਰ 5 ਰੁਚੀਆਂ ਸਥਿਰ ਰਹਿੰਦੀਆਂ ਨੇ। ਸਾਰਾ ਕੁਝ ਆਪਾਂ ਸਥਿਰ ਮੰਨ ਕੇ ਚੱਲੇ ਸੀ। ਮੁਦਰਾ ਦਾ ਸੀਮਾਂਤ ਤੁਸ਼ਟੀਗੁਣ ਸਥਿਰ ਰਹਿੰਦਾ ਹੈ। ठीक है, याद आ गया मुद्रा का सीमांत तुष्टिगुण। वो स्नैकर खा के समझाया सी भी स्नैकर खा के मैनू कितनी संतुष्टि मिली, वो की है मुद्रा का सीमांत तुष्टिगुण है। याद कर लिया जे, मेरा लेक्चर देख लिया जे, पता लग जाऊगा। ता आप मान लिया भी कीमत 4 रुपए ते फिक्स है। दूजा आप मान लिया कि जेड़ा मुद्रा का सीमांत तुष्टिगुण है यानी कि MUM, वो भी कितना है, वो 4 यूटिल है। कितना है? 4 यूटिल। हुण आ चीज जेड़ी है ना, इहनू दोबारा समझ लो कि जेड़ा मुद्रा दा सीमांत तुष्टिगुण है वो 4 यूटिल है। मतलब की है मुद्रा दा सीमांत तुष्टिगुण की हुंदा है? मैं रिपीट कर लग्या उस चीज नू। मैं क्या सी कि मुद्रा यानी कि पैसे दा सीमांत, सीमांत हुंदा है एक होर तुष्टिगुण भी तुहाडे कोल 1 रुपया हैगा, तुसी 1 रुपया दिता किसी बंदे नू, ठीक है, ਉਹਦੇ ਬਦਲੇ ਉਹਨੇ ਤੁਹਾਨੂੰ ਕੋਈ ਚੀਜ਼ ਦਿੱਤੀ ਹੋਏਗੀ। ਕਿਉਂਕਿ ਤੁਸੀਂ ਅਗਰ ਕਿਸੇ ਨੂੰ 1 ਰੁਪਿਆ ਦਿੱਤਾ ਹੈ ਤਾਂ ਉਹਦੇ ਬਦਲੇ ਉਹ ਬੰਦੇ ਨੇ ਤੁਹਾਨੂੰ ਕੋਈ ਨਾ ਕੋਈ ਚੀਜ਼ ਦਿੱਤੀ ਹੋਣੀ ਹੈ। ਤੁਸੀਂ ਉਹ ਚੀਜ਼ ਲਈ, ਤੁਸੀਂ ਉਸ ਚੀਜ਼ ਦਾ ਉਪਭੋਗ ਕੀਤਾ। ਹੁਣ ਮੈਂ ਤੁਹਾਨੂੰ ਪੁੱਛਾਂਗਾ ਵੀ ਤੁਸੀਂ ਭਈਆ ਉਪਭੋਗ ਕੀਤਾ ਨਾ, ਤਾਂ ਜਿਹੜਾ ਤੁਹਾਡਾ ਤੁਸ਼ਟੀ ਗੁਣ ਹੈ, ਜਿਹੜੀ ਤੁਹਾਡੀ ਸੰਤੁਸ਼ਟੀ ਹੈ, ਉਹਨੂੰ ਤੁਸੀਂ ਮਾਪ ਸਕਦੇ ਹੋ। ਤਾਂ ਹੁਣ ਜੋ ਤੁਸੀਂ ਉਹ 1 ਰੁਪਏ ਦੇ ਨਾਲ ਚੀਜ਼ ਖਰੀਦੀ ਹੈ, ਜਿੰਨਾ ਤੁਸੀਂ ਉਪਭੋਗ ਕੀਤਾ ਹੈ, ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਉਹਦੇ ਤੋਂ ਕਿੰਨਾ ਤੁਸ਼ਟੀਗੁਣ ਮਿਲਿਆ। ਜਿਵੇਂ ਯਾਦ ਕਰੋ, ਜਦੋਂ ਮੈਂ ਦੇ ਲੈਕਚਰ 'ਚ ਗੱਲ ਕੀਤੀ ਸੀ, ਮੈਂ ਕਿਹਾ ਸੀ ਕਿ ਮੈਂ ਦੁਕਾਨਦਾਰ ਕੋਲ ਗਿਆ, ਉਹਨੂੰ ਮੈਂ 1 ਰੁਪਿਆ ਦਿੱਤਾ, ਉਹਨੇ ਮੈਨੂੰ 1 ਰੁਪਏ ਦੇ ਬਦਲੇ ਇੱਕ ਸਨੈਕਰ ਦੇ ਦਿੱਤਾ। ਮੈਂ ਸਨੈਕਰ ਖਾਇਆ, ਖਾ ਕੇ ਮੈਂ ਇਹ ਕਿਹਾ ਕਿ ਮੈਨੂੰ 18 ਯੂਟਿਲ ਤੁਸ਼ਟੀਗੁਣ ਮਿਲਿਆ। ਇਹਦਾ ਮਤਲਬ 1 ਰੁਪਏ ਨੇ ਮੈਨੂੰ ਇੱਕ ਸਨੈਕਰ ਖਰੀਦ ਕੇ ਦਿੱਤਾ। ਉਹ ਇੱਕ ਸਨੈਕਰ ਮੈਂ ਖਾਇਆ ਯਾਨੀ ਕਿ ਉਪਭੋਗ ਕੀਤਾ, ਉਹਦੇ ਤੋਂ ਮੈਨੂੰ 18 ਯੂਟਿਲ ਤੁਸ਼ਟੀਗੁਣ ਮਿਲਿਆ। ਮਤਲਬ 1 ਰੁਪਏ ਦੇ ਵਿੱਚ ਐਡੀ ਤਾਕਤ ਸੀ ਕਿ 1 ਰੁਪਏ ਨੇ ਮੈਨੂੰ 18 ਯੂਟਿਲ ਤੁਸ਼ਟੀਗੁਣ ਦਿਵਾ ਦਿੱਤਾ। ਕਿਉਂ? ਕਿਉਂਕਿ 1 ਰੁਪਏ ਨੇ ਇੱਕ ਸਨੈਕਰ ਖਰੀਦ ਕੇ ਦਿੱਤਾ, ਇੱਕ ਸਨੈਕਰ ਮੈਂ ਖਾਇਆ ਤਾਂ ਮੈਨੂੰ 18 ਯੂਟਿਲ ਤੁਸ਼ਟੀਗੁਣ ਮਿਲਿਆ। मतलब 1 रुपए ने मैनू किन्ना तुष्टिगुण दवाया? 18। ਇਹਦਾ मतलब मुद्रा ਦਾ सीमांत तुष्टिगुण किन्ना होएगा? 18। ਇੱਥੇ ਮੈਂ ਮੰਨ ਕੇ ਚੱਲਦਾ ਪਿਆ ਕਿ ਜਿਹੜਾ ਮੁद्रा ਦਾ सीमांत तुष्टिगुण ਹੈ ਉਹ 4 ਯੂਟਿਲ ਹੈ। मतलब ਮੈਂ ਮੰਨ ਕੇ ਚੱਲਦਾ ਪਿਆ ਕਿ ਅਗਰ ਮੈਂ ਕਿਸੇ ਨੂੰ 1 ਰੁਪਿਆ ਦੇਣਾ, ਉਹਦੇ ਬਦਲੇ ਜੋ ਉਹ ਬੰਦਾ ਮੈਨੂੰ ਚੀਜ਼ ਦੇਵੇਗਾ, ਜਦੋਂ ਮੈਂ ਉਹਦਾ ਉਪਭੋਗ ਕਰਾਂਗਾ ਤਾਂ ਮੈਨੂੰ ਉਹਦੇ ਤੋਂ 4 ਯੂਟਿਲ ਤੁਸ਼ਟੀਗੁਣ ਮਿਲੇਗਾ। ठीक है जी, मतलब ਜਿਹੜੀ ਚੀਜ਼ ਮੈਂ 1 ਰੁਪਏ ਨਾਲ ਖਰੀਦਾਂਗਾ, ਉਹ ਜਦੋਂ ਮੈਂ ਖਾਵਾਂਗਾ, ਉਪਭੋਗ ਕਰਾਂਗਾ, ਮੈਂ ਮੰਨ ਕੇ ਚੱਲਦਾ ਪਿਆ ਕਿ ਮੈਨੂੰ ਉਹਦੇ ਤੋਂ 4 ਯੂਟਿਲ ਤੁਸ਼ਟੀਗੁਣ ਮਿਲਣ ਵਾਲਾ ਹੈ। ਤਾਂ ਮੈਂ ਕਹਾਂਗਾ ਮੁद्रा ਦਾ सीमांत तुष्टिगुण कितना है? 4 ਯੂਟਿਲ। ठीक है, मुद्रा ਦਾ सीमांत तुष्टिगुण क्लियर ਰੱਖਿਆ ਜੀ। ਤਾਂ ਹੁਣ ਸੋਚੋ ਵੀ ਮੈਂ ਇਹ ਕਿਹਾ ਵੀ ਜਿਹੜੀ ਚੀਜ਼ ਮੈਂ ਖਰੀਦ ਰਿਹਾ ਉਹਦੀ ਕੀਮਤ ਕਿੰਨੀ ਹੈ। ਆਪਾਂ ਪਹਿਲਾਂ ਮੰਨ ਲਿਆ ਵੀ ਕੀਮਤ 4 ਰੁਪਏ ਹੈ, ਤਾਂ ਇੱਥੇ ਵੀ 4, ਇੱਥੇ ਵੀ 4, ਇੱਥੇ ਵੀ 4, ਇੱਥੇ ਵੀ 4 ਤੇ ਇੱਥੇ ਵੀ 4, ਕੀਮਤ 4 ਰੁਪਏ ਆ ਗਈ। ਹੁਣ ਇੱਥੇ ਆਪਾਂ ਲਿਖਾਂਗੇ ਮੁद्रा ਦਾ ਸੀਮਾਂਤ ਤੁਸ਼ਟੀਗੁਣ। ਵੀ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ 1 ਰੁਪਿਆ ਹੈ ਉਹ ਤੁਹਾਨੂੰ ਕਿੰਨਾ ਤੁਸ਼ਟੀਗੁਣ ਦਵਾ ਸਕਦਾ ਹੈ? ਤਾਂ ਆਪਾਂ ਮੰਨ ਕੇ ਚੱਲਦੇ ਪਏ ਹਾਂ ਕਿ ਮੁद्रा ਦਾ ਸੀਮਾਂਤ ਤੁਸ਼ਟੀਗੁਣ ਕਿੰਨਾ ਹੈ? 4। ਇੱਥੇ ਕਿੰਨਾ ਆ ਗਿਆ? 4। ਇੰਨੀ ਗੱਲ ਕਲੀਅਰ ਹੋ ਗਈ। ਹੁਣ ਦੇਖੋ ਕੀ ਕੀਤਾ, ਕੁਝ ਨਹੀਂ ਹੈ, ਬਿਲਕੁਲ ਸਿੰਪਲ। ਸਭ ਤੋਂ ਪਹਿਲਾਂ ਕੀ ਕੀਤਾ, x ਵਸਤੂ ਤੋਂ ਮਿਲਣ ਵਾਲਾ ਸੀਮਾਂਤ ਤੁਸ਼ਟੀਗੁਣ ਲਿਖ ਲਿਆ। ਆਪਾਂ ਨੂੰ ਪਤਾ ਹੈ ਵੀ ਇੱਕ ਵਸਤੂ ਹੈ, ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਲੱਗਣਾ ਹੈ, ਹਰੇਕ ਅਗਲੀ ਇਕਾਈ ਤੋਂ ਮਿਲਣ ਵਾਲਾ ਸੀਮਾਂਤ ਤੁਸ਼ਟੀਗੁਣ ਘਟੇਗਾ। ਤਾਂ 20, 18, 16, 14, 12 ਘਟ ਗਿਆ। ਕੀਮਤ ਲੈ ਲਈ, ਪਹਿਲਾਂ ਤੋਂ ਮੰਨ ਕੇ ਚੱਲਦੇ ਪਿਆ ਵੀ ਜੋ ਵੀ ਚੀਜ਼ ਖਰੀਦਾਂਗੇ 4 ਰੁਪਏ ਦੇਣੇ ਪੈਣਗੇ। ਦੂਜੀ ਚੀਜ਼ ਮੰਨ ਕੇ ਚੱਲਦੇ ਪਿਆ ਕਿ ਮੁद्रा ਦਾ ਸੀਮਾਂਤ ਤੁਸ਼ਟੀਗੁਣ ਜਿਹੜਾ ਹੈ ਉਹ ਕਿੰਨਾ ਹੈ? 4 ਯੂਟਿਲ ਹੈ। मतलब अगर मैं 1 रुपया देना किसी नूं तो मैं उम्मीद करदा कि वो 1 रुपया मैनू जिन्नियां चीज़ां खरीद के देगा
ਉਹਦੇ ਤੋਂ ਮੈਨੂੰ ਜਿੰਨਾ ਤੁਸ਼ਟੀਗੁਣ ਮਿਲੇਗਾ ਉਹ ਕਿੰਨਾ ਹੋਏਗਾ 4 ਹੋਏਗਾ। ਮੈਂ ਮੰਨ ਕੇ ਚੱਲਦਾ ਪਿਆ ਇਸ ਗੱਲ ਵੀ ਘੱਟ ਤੋਂ ਘੱਟ 1 ਰੁਪਿਆ ਜਿਹੜਾ ਹੈ ਉਹ ਮੈਨੂੰ 4 ਯੂਟਿਲ ਤੁਸ਼ਟੀਗੁਣ ਤਾਂ ਦਿਵਾਏਗਾ ਹੀ ਦਿਵਾਏਗਾ। ਠੀਕ ਹੈ, ਹੁਣ ਆ ਜਾਓ ਇੱਥੇ। ਹੁਣ ਆ ਚੀਜ਼ ਇੱਕ ਵਾਰੀ ਭੁੱਲ ਜਾਓ, ਮੁਦਰਾ ਦਾ ਸੀਮਾਂਤ ਤੁਸ਼ਟੀਗੁਣ ਭੁੱਲ ਜਾਓ, ਸਿਰਫ ਆ ਦੋ ਕਾਲਮ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ। ਕਿਵੇਂ? ਦੇਖੋ, ਮੈਂ ਪਹਿਲੀ ਚੀਜ਼ ਖਰੀਦੀ, ਮੈਂ ਇੱਕ ਇੱਕ ਕਰਕੇ ਚੱਲਾਂਗਾ, ਧਿਆਨ ਨਾਲ ਸਮਝਣਾ। ਮੈਂ ਪਹਿਲੀ ਚੀਜ਼ ਖਰੀਦੀ, ਉਹਦੇ ਬਦਲੇ ਮੈਂ 4 ਰੁਪਏ ਦਿੱਤੇ। ਕਿਉਂ ਦਿੱਤੇ? ਕਿਉਂਕਿ ਕੀਮਤ ਕਿੰਨੀ ਹੈ 4 ਰੁਪਏ। ਮੈਂ 4 ਰੁਪਏ ਦਿੱਤੇ, 4 ਰੁਪਏ ਨੇ ਮੈਨੂੰ ਪਹਿਲੀ ਚੀਜ਼ ਦਵਾਈ, ਮੈਂ ਉਹ ਪਹਿਲੀ ਚੀਜ਼ ਦਾ ਉਪਭੋਗ ਕੀਤਾ ਤਾਂ ਮੈਨੂੰ ਤੁਸ਼ਟੀਗੁਣ ਮਿਲਿਆ 20। ਠੀਕ ਹੋ ਗਿਆ? यानी अगर सोचो कि अगर मैं कहां कि 4 रुपए ने मैनू कितना तुष्टिगुण दवाया 20 यूटिल, यानी फिर 1 रुपए ने कितना दवाया। हुन क्या होएगा? आ 4 थल्ले चला जाएगा तो 20/4 यानी 1 रुपए ने मैनू तुष्टिगुण दवाया 5 यूटिल। ठीक हो गया? देखो ध्यान ना समझो, 4 रुपए की चीज है, मैं 4 रुपये दिते है, 4 रुपये देके मैनू 20 यूटिल तुष्टिगुण मिलता पे है। जेड़ा 20 यूटिल तुष्टिगुण मिल रहा है वो कितने रुपए देके मिल रहा है? 4 रुपए देके। ठीक है, फिर 1 रुपए तो कितना मिलेगा? जे 4 रुपए तो 20 मिलता पे है तो 1 रुपए तो कितना मिलेगा? आ 4 चक के इधर चला गया, 1 रुपये ने मैनू 5 यूटिल तुष्टिगुण दवाया। हुण ऐसा सिंपल है भी जे 4 रुपये नाल 20 यूटिल मिलेगा तो फिर 1 रुपये नाल कितना मिलता पे? 5 यूटिल। ਹੁਣ ਸੋਚੋ ਕੁਐਸਚਨ ਉੱਠਾ ਕਿ ਮੈਨੂੰ 1 ਰੁਪਏ ਚ ਕਿਉਂ ਬਦਲਦਾ ਪਿਆ? ਮੈਂ ਇਸ ਕਰਕੇ ਬਦਲ ਰਿਹਾ ਕਿ ਜਿਹੜਾ ਮੁਦਰਾ ਦਾ ਸੀਮਾਂਤ ਤੁਸ਼ਟੀਗੁਣ ਹੈ ਉਹ ਕਿੰਨੇ ਰੁਪਏ ਦਾ ਹੁੰਦਾ ਹੈ? 1 ਰੁਪਏ ਦਾ ਹੁੰਦਾ ਹੈ। ਮੈਂ ਸ਼ੁਰੂ ਤੋਂ ਇੱਕੋ ਹੀ ਗੱਲ ਕਰਦਾ ਆ ਰਿਹਾ ਵੀ ਮੁਦਰਾ ਦਾ ਸੀਮਾਂਤ ਤੁਸ਼ਟੀਗੁਣ ਕੀ ਹੈ, ਵੀ 1 ਰੁਪਿਆ ਤੁਹਾਨੂੰ ਕਿੰਨਾ ਸੀਮਾਂਤ ਤੁਸ਼ਟੀਗੁਣ ਦਿਵਾ ਸਕਦਾ ਹੈ। तो मान के चलता पे भी 1 रुपया मैनू कितना सीमांत तुष्टिगुण दवाएगा 4, क्योंकि मुद्रा दा सीमांत तुष्टिगुण 4 आपा मान के चलते पे। हुण होया कि मैं 4 रुपए दिते, 4 रुपए देन नाल मैनू 20 यूटिल तुष्टिगुण मिलिया, मतलब 1 रुपए ना कितना मिलिया 5। हुण सोचो 5 आंसर किवें आया? 5 आया जदों मैं 20 नू 4 नाल भाग करती तां 5 आंसर आ गया। 20 नू 4 नाल भाग कीता तां 5 आंसर आ गया। यानी मैं ये सोच के बैठा सी कि मैं अगर किसी नू 1 रुपया देंगा तो उस 1 रुपए तो मैनू 4 यूटिल तुष्टिगुण मिलेगा। मतलब मेरा मुद्रा दा सीमांत तुष्टिगुण 4 है। मतलब मैं मान के चलता पिया भी अगर मैं 1 रुपया देंगा तो 1 रुपए नाल मैनू जिहड़ा सीमांत तुष्टिगुण मिलेगा कितना मिलेगा 4, पर एक्चुअली मिलिया कितना 5। क्योंकि जो मैं 4 रुपए दिते, 4 रुपए ने मैनू 20 यूटिल तुष्टिगुण दवाता, यानी 1 रुपए ने कितना दवाया 5। मैं तो 4 सोची बैठा सी, मैं सोची बैठा सी भी 1 रुपया देवांगा तो 4 यूटिल तुष्टिगुण मिलेगा। मिलिया कितना 5। अरे मैंने तो फायदा हो गया। मैं एक फिल्म देखन गया, ठीक है, 100 रुपए की टिकट खरीदी, ये सोच के भी ठीक ठाक ही होनी है, 100 रुपए की टिकट है, चल दे देने आ। फिल्म देख के बाहर निकलिया, मैं कहा यार तो कमाल सी, ये तो बहुत वधिया सी। मतलब क्या भी जिन्ना सोचा सी उस तो ज्यादा मिल गया तो की होया फायदा। तो फिर जे फायदा होएगा तो मैं रुकांगा थोड़ी, मैं तो अगली चीज वाले पासे भजांगा। बिला भी फायदा होंदा पे तो होर चीज़ां दा उपभोग कर लो। मैं की कीता, मैं दूजी चीज दा उपभोग करना शुरू करता, तो मैं दूजी चीज खरीदी। हुण दूजी चीज दे विच मैं की कीता, मैं फिर 4 रुपए दिते क्योंकि उनकी कीमत कितनी है 4 रुपए। हुण जदों मैं दूजी चीज दे बदले 4 रुपए दिते, ਉਹ 4 रुपए ने की कीता मैनू जिहड़ा सीमांत तुष्टिगुण दवाया वो दवाया 18 यूटिल। तां हुण मैनू 4 रुपए दे नाल जिहड़ा सीमांत तुष्टिगुण मिलिया वो कितना मिलिया 18 यूटिल। पर अगर मैं ये देखा कि 1 रुपए नाल कितना मिलिया तां आ 4 इधर चला जाएगा, तां 18/4 तां कितना आ गया 4.5, 4.5। यानी हुण सोचो 4.5 किवें आया? ਜਦੋਂ मैं इस 18 ਨੂੰ इस 4 ਨਾਲ ਭਾਗ ਕੀਤਾ ਤਾਂ 18 ਨੂੰ ਮੈਂ ਕੀਤਾ 4 ਦੇ ਨਾਲ ਭਾਗ ਤਾਂ ਆਨਸਰ ਆ ਗਿਆ 4.5। यानी ਜਦੋਂ ਮੈਂ ਦੂਜੀ ਚੀਜ਼ ਦਾ ਉਪਭੋਗ ਕੀਤਾ, ਮੈਂ ਇਹ ਸੋਚ ਕੇ ਉਪਭੋਗ ਕੀਤਾ ਕਿ ਹੁਣ ਜਦੋਂ ਮੈਂ 1 ਰੁਪਿਆ ਦਿਆਂਗਾ ਤਾਂ 1 ਰੁਪਏ ਤੋਂ ਮੈਨੂੰ 4 यूटिल सीमांत तुष्टिगुण मिलेगा। क्योंकि मैं मान के चल रहा कि मेरा मुद्रा का सीमांत तुष्टिगुण कितना है 4 है, यानी कि 1 रुपया मैनू 4 यूटिल तुष्टिगुण दवा सकता है। ठीक है, तो
मैं मन के चलता वैसे भी 4 मिलेगा जो मैं 4 रुपए दिते तो 4 रुपए नाल मैनू मिल गया 18 पर मैं किन्ने सोची बैठा 1 रुपया मैनू किन्ने दवाएगा तो मैं की कीता 4 रुपये नू 1 रुपये च बदल लिया भी 4 रुपए तो 18 यूटिल मिले मतलब 1 रुपए तो कितना मिलिया 4.5 यूटिल यानी मैं उम्मीद किन्नी लाई बैठा सी 4 यूटिल दी मिलिया किन्ना 4.5 तो मैं तो फिर फायदा हो गया भी 4 दी उम्मीद लाई बैठा सी 4.5 यूटिल मिली जांदा है मैं कहा चलो भाई होर उपभोग करते हैं तो मैं अगली चीज का उपभोग कर लिया जो मैं तीजी चीज का उपभोग किया तो तीजी चीज का उपभोग करने नाल की होया मैनू जिहड़ा तुष्टिगुण मिलिया वो मिलिया 16 ठीक है देखो तीजी चीज तो कितना मिलिया 16 उनके बदले किन्ने रुपये देने पे 4 रुपए यानी कि 4 रुपए ने मैनू सीमांत तुष्टिगुण दवाया किन्ना 16 यूटिल मतलब 1 रुपए ने किन्ना दवाया 16/4 किन्ना 4 यूटिल किवें 4 आंसर किवें आया 16 ਨੂੰ 4 ਨਾਲ ਭਾਗ ਕੀਤਾ ਤਾਂ ਕਿੰਨਾ ਆ ਗਿਆ 4 ਹੁਣ ਮੈਂ ਕਿੰਨਾ ਸੋਚੀ ਬੈਠਾ ਸੀ ਮੁਦਰਾ ਦਾ ਸੀਮਾਂਤ ਤੁਸ਼ਟੀਗੁਣ 4 ਵੀ ਅਗਰ ਮੈਂ ਕਿਸੇ ਨੂੰ 1 ਰੁਪਿਆ ਦਿਆਂਗਾ ਤਾਂ ਉਹਦੇ ਬਦਲੇ ਮੈਨੂੰ ਕਿੰਨਾ ਸੀਮਾਂਤ ਤੁਸ਼ਟੀਗੁਣ ਮਿਲੇਗਾ ਕਿੰਨਾ ਮਿਲੇਗਾ 4 ਮੈਨੂੰ ਮਿਲਿਆ ਵੀ ਕਿੰਨਾ 4 ਤਾਂ ਜਿੰਨਾ ਮੈਂ ਸੋਚਿਆ ਸੀ ਉਹਨਾਂ ਮੈਨੂੰ ਮਿਲ ਗਿਆ ਤਾਂ ਫਿਰ ਮੈਨੂੰ ਨੁਕਸਾਨ ਤਾਂ ਨਹੀਂ ਹੋਇਆ ਨਾ ਕਿਉਂਕਿ ਜੋ ਮੇਰੀ ਉਮੀਦ ਸੀ ਵੀ ਮੈਨੂੰ 1 ਰੁਪਏ ਤੋਂ 4 ਯੂਟਿਲ ਤੁਸ਼ਟੀਗੁਣ ਮਿਲਣਾ ਚਾਹੀਦਾ ਤਾਂ ਮਿਲਦਾ ਵੀ ਕਿੰਨਾ ਪਿਆ 4 ਤਾਂ ਮੈਂ ਬਰਾਬਰ ਆ ਮੈਂ ਕੀ ਕੀਤਾ ਗਲਤੀ ਨਾਲ ਇੱਕ ਚੀਜ਼ ਦਾ ਉਪਭੋਗ ਹੋਰ ਕਰ ਬੈਠਾ ਠੀਕ ਹੈ ਹੁਣ ਅਗਰ ਮੈਂ ਅਗਲੀ ਚੀਜ਼ ਦਾ ਉਪਭੋਗ ਕੀਤਾ ਠੀਕ ਹੈ ਹੁਣ ਚੌਥੀ ਚੀਜ਼ ਦਾ ਉਪਭੋਗ ਕੀਤਾ ਚੌਥੀ ਚੀਜ਼ ਦੇ ਬਦਲੇ ਮੈਂ 4 ਰੁਪਏ ਦਿੱਤੇ ਜਦੋਂ ਮੈਂ 4 ਰੁਪਏ ਦਿੱਤੇ ਮੈਨੂੰ ਕਿੰਨਾ ਤੁਸ਼ਟੀਗੁਣ ਮਿਲਿਆ 14 यानी कि 4 रुपए ने मैनू सीमांत तुष्टिगुण दवाया 14 यूटिल मतलब 1 रुपए ने कितना दवाया 14/4 यानी कि 3.5 यूटिल 3.5 आंसर किवें आया 14 ਨੂੰ 4 ਨਾਲ ਭਾਗ ਕਰਕੇ ਕਿੰਨਾ ਆ ਗਿਆ 3.5 ਹੁਣ ਮੈਂ ਉਮੀਦ ਕਿੰਦੀ ਲਾਈ ਬੈਠਾ ਸੀ ਮੈਂ ਉਮੀਦ ਲਾਈ ਬੈਠਾ ਸੀ ਵੀ ਜੇਕਰ ਮੈਂ 1 ਰੁਪਿਆ ਦਿਆਂਗਾ ਤਾਂ 1 ਰੁਪਏ ਨਾਲ ਮੈਨੂੰ 4 यूटिल सीमांत तुष्टिगुण मिलना चाहिए पर मिलिया किन्ना 3.5 मैं उम्मीद 4 दी लाई हुई सी मिलिया 3.5 यानी मैनू मेरी उम्मीद नालों घट मिलिया तां कि मैं इस चीज का उपभोग करांगा बिल्कुल भी नहीं मैं क्यों लवांगा मैं 4 दी उम्मीद कीती है ना भी आ चीज मैनू 4 यूटिल तुष्टिगुण दवाऊगी दवांदी भी 3.5 तां मैं क्यों उपभोग करांगा गल सोचण वाली है हुण जे इंदा उपभोग नहीं करांगा तां अगली ते जाण दा तां मतलब ही पैदा नहीं हुंदा क्यों क्योंकि जे हुण मैं अगली चीज दा भी उपभोग वाले पासे भज पिया फिर 4 रुपए दिते क्योंकि कीमत 4 रुपए है कितना सीमांत तुष्टिगुण मिलना है 12 यूटिल ठीक है 12 यूटिल तुष्टिगुण मिलिया किन्ने रुपए देके 4 रुपए देके ता 1 रुपए नाल कितना मिलिया 12/4 3 ता इथे 12/4 3 यूटिल मैं उम्मीद किन्ने दी लाई सी 4 यूटिल दी मिलिया किन्ना 3 यूटिल ता मैं क्यों भोग करांगा मैं तां नहीं करदा यानी हुण सोचो भी अगर एक उपभोक्ता जिहड़ा है अगर आपां दा संतुलन पता करना है तां आपां की कीता आपां 20 ਨੂੰ 4 ਨਾਲ ਭਾਗ ਕੀਤਾ 18 ਨੂੰ 4 ਨਾਲ ਭਾਗ ਕੀਤਾ 16 ਨੂੰ 4 ਨਾਲ ਭਾਗ ਕੀਤਾ 14 ਨੂੰ 4 ਨਾਲ ਭਾਗ ਕੀਤਾ 12 ਨੂੰ 4 ਨਾਲ ਭਾਗ ਕੀਤਾ ਕਿਉਂ ਕੀਤਾ ਤਾਂ ਕਿ ਜਿਹੜਾ ਇਹ ਤੁਸ਼ਟੀਗੁਣ ਮਿਲਿਆ 20 ਯੂਟਿਲ ਦਾ ਇਹ 20 ਯੂਟਿਲ ਤੁਸ਼ਟੀਗੁਣ 4 ਰੁਪਏ ਦੇ ਕੇ ਮਿਲਿਆ ठीक है क्योंकि कीमत 4 है पर जेड़ा मुद्रा दा सीमांत तुष्टिगुण हुंदा है वो हुंदा है 1 रुपए च मतलब जो मैं उम्मीद करदा ना कि मैनू किन्ना तुष्टिगुण मिलेगा वो उम्मीद जेड़ी मेरी हुंदी है वो 1 रुपए च हुंदी है पर ये किन्ने रुपए च है 4 च यानी एना मतलब ये होया भी जेड़ा ए तुष्टिगुण भी मिलिया है जेड़ा 4 रुपए नाल है मैं उम्मीदां 1 रुपए चलाईयां हुईयां ने यानी एनु भी की करना पेगा 1 रुपए दे विच बदलना पेगा हुण देखो 20 यूटिल मिलिया 4 रुपए देके 1 रुपए देके कितना मिलिया 5 किवें कीता जेड़ा x वस्तु तो मिलन वाला सीमांत तुष्टिगुण 20 सी ओनु की कीता कीमत नाल भाग करता यानी कि आपां MUX ਨੂੰ px नाल भाग किता MUX की है x वस्तु तो मिलन वाला सीमांत तुष्टिगुण px की है कीमत है भाग क्यों करदे पिया इनु डिवाइड क्यों करदे पिया ताकि जेड़ा ए 20 यूटिल तुष्टिगुण मिलदा पिया है इनु आपां ए पता लगा सकिए कि जेड़ा ए 20 यूटिल तुष्टिगुण है ए 1 रुपये नाल कितना मिलेगा क्योंकि ए ता 4 रुपये च है
ਤਾਂ ਇਹਨੂੰ 1 ਰੁਪਏ ਚ ਬਦਲਣ ਵਾਸਤੇ ਆਪਾਂ ਕੀ ਕਰ ਰਹੇ ਹਾਂ 20 ਨੂੰ 4 ਨਾਲ ਭਾਗ ਕਰ ਰਹੇ ਹਾਂ 18 ਨੂੰ 4 ਨਾਲ ਭਾਗ ਕਰ ਰਹੇ ਹਾਂ 16 ਨੂੰ 4 ਨਾਲ ਭਾਗ ਕਰ ਰਹੇ ਹਾਂ 14 ਨੂੰ 4 ਨਾਲ ਭਾਗ ਕਰ ਰਹੇ ਹਾਂ 12 ਨੂੰ 4 ਨਾਲ ਭਾਗ ਕਰ ਰਹੇ ਹਾਂ ਠੀਕ ਹੈ ਤਾਂ ਹੁਣ ਕੀ ਹੋਇਆ ਆ ਜਿਹੜਾ 5 ਆਇਆ ਇਹ ਆਇਆ ਉਹ ਸੀਮਾਂਤ ਤੁਸ਼ਟੀ ਗੁਣ ਜੋ ਮੈਨੂੰ 1 ਰੁਪਏ ਨੇ ਦਿਵਾਇਆ ਮੈਨੂੰ ਦਿਲਵਾਇਆ ਕਿੰਨਾ 5 ਮੈਂ ਉਮੀਦ ਕਿੰਨੀ ਕੀਤੀ ਸੀ 4 ਦੀ ਕਿਉਂਕਿ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ ਕਿੰਨਾ ਹੈ 4 मतलब उम्मीद की सी घट मिलिया ज्यादा मतलब हम सोचो कि पुछो कि मैं पूछा भी अगर ये तुहाडे कोल पुछया जावे कि तुसी पहली वस्तु दा उपभोग करोगे तो आंसर की होएगा बिल्कुल करांगे क्यों करांगे फायदा हो रहा है भी उम्मीद 4 दी करदे पिया मिलदा 5 पिया तो फायदा है तो बिल्कुल करांगे अच्छा मैं पूछा हुन बोलो दूजी वस्तु दा उपभोग करोगे की कहोगे हां कि ना बिल्कुल हाँ क्यों क्योंकि उम्मीद किन्ने दी कीती सी 4 दी मिलिया किन्ना 4.5 तो फायदा है तो करांगे बिल्कुल करांगे अच्छा मैं पूछा तीजी वस्तु तो भोग करोगे बिल्कुल करांगे क्यों नहीं करांगे देखो उम्मीद किन्ने कीती सी 4 दी मिलिया किन्ना 4 जिन्नी उम्मीद कीती सी उन्हें मिल गया बिल्कुल मिल गया जी संतुष्ट है बिल्कुल संतुष्ट है जी अच्छा चौथी चीज का भोग करेगा ना क्यों उम्मीद किन्नी कीती सी 4 दी मिलिया किन्ना 3.5 यानी जिन्नी उम्मीद की सी उस तो घट मिलिया तो मैं क्यों भोग करांगा ताकि होएगा एक उपभोक्ता सोचो किथे आके रुकेगा ओ आके रुकेगा तीसरी वस्तु दे उपभोग ते ओ एस तो अगे नहीं जाएगा क्यों नहीं जाएगा क्योंकि अगर एस तो अगे गया जिन्नी वो उम्मीद कर रहा है उन्होंने उस तो घट मिल रहा है वो इत्थे आदे आप नू स्थिर कर लेगा आदे आप च बदलाव करना पसंद नहीं करेगा यानी ਹੁਣ ਦੇਖੋ ਵੀ ਇੱਥੇ ਸੰਤ ਕੀ ਆਇਆ ਆਪਾਂ ਕਿਹਾ ਵੀ ਆਪਾਂ ਕੀ ਕੀਤਾ ਆਪਾਂ ਇਸ ਚੀਜ਼ ਨੂੰ n ਦੇ ਬਰਾਬਰ ਕੀਤਾ ਕਿਉਂ ਬਰਾਬਰ ਕੀਤਾ ਕਿਉਂਕਿ MUX ਬਟਾ PX ਕੀ ਹੈ ਇਹ ਉਹ ਹੈ ਜੋ ਉਹਨੂੰ ਵਾਕਈ ਮਿਲ ਰਿਹਾ ਹੈ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ ਕੀ ਹੈ ਜੋ ਉਹਨੇ ਉਮੀਦ ਕੀਤੀ ਹੈ ਵੀ ਮੈਨੂੰ ਇੰਨਾ ਮਿਲਣਾ ਚਾਹੀਦਾ ਹੈ ਸੰਤੁਲਨ ਕਦੋਂ ਹੋਏਗਾ ਜਦੋਂ ਜਿੰਨਾ ਮਿਲ ਰਿਹਾ ਤੇ ਜਿੰਨੀ ਮੈਂ ਉਮੀਦ ਕਰ ਰਿਹਾ ਦੋਨੋਂ ਕੀ ਹੋਣਗੇ ਬਰਾਬਰ ਹੋਣਗੇ यानी आपा किनु बराबर करना है MUX बटा PX बराबर MUM ठीक है आ की होया आ हुई मेरी उम्मीद मतलब जो मैनू सोचो MUX बटा PX की है ये है जो मैनू वाकई दे विच जेड़ा सीमांत तुष्टि गुण मिलदा पिया है ये ओ चीज है MUM की है ये मेरी उम्मीद है ये मुद्रा दा सीमांत तुष्टि गुण है जो मैं उम्मीद करदा पिया संतुलन कदों होएगा जदों ये दोनों की होणगे बराबर होणगे ठीक हो गया भी जिन्ना मैनू असल दे विच मिल रहा है मेरी उम्मीद भी उन्नी ही सी जदों बराबर होणगे उदों संतुलन आएगा जदों बराबर नहीं हैगे तां संतुलन बिल्कुल नहीं आएगा ठीक है ताई आपा क्या सी शुरुआत च संतुलन दी शर्त है MUX बटा PX बराबर MUM क्यों हुई क्योंकि PX नाल भाग क्यों कीता क्योंकि सिर्फ जड़ा है वस्तु दा तुष्टि गुण नहीं देखना ये भी देखना है भी उनके बदले ਆਪਾਂ ਨੂੰ ਕਿੰਨੇ ਪੈਸੇ ਦੇਣੇ ਪੈਂਦੇ ਪਏ ਨੇ ਠੀਕ ਹੋ ਗਿਆ ਇਹ ਤਾਂ ਉਹ ਆਏਗਾ ਜੋ ਤੁਹਾਨੂੰ ਉਸ ਵਸਤੂ ਦਾ ਉਪਭੋਗ ਕਰਨ ਤੇ ਵਾਕਈ ਦੇ ਵਿੱਚ ਮਿਲੇਗਾ बराबर MUM क्यों कीता ये अपनी उम्मीद है भी हुन संतुलन चाहना है ना तो संतुलन च कदों आवांगा जदों मैं बदलाव नहीं चाहांगा मैं बदलाव कदों नहीं चाहांगा जदों जिन्ना मैं सोचा सी मैनूं उन्ना मिल जाएगा तो ये ओ है जो तुसी सोचा सी मुद्रा दा सीमांत तुष्टिगुण ਉਹ ਹੁੰਦਾ ਹੈ ਜੋ ਤੁਸੀਂ ਸੋਚਦੇ ਹੋ ਵੀ ਅਗਰ ਮੈਂ 1 ਰੁਪਿਆ ਦਿਆਂਗਾ ਤਾਂ ਮੈਨੂੰ ਇਸ ਤੋਂ ਕਿੰਨਾ ਸੀਮਾਂਤ ਤੁਸ਼ਟਿਗੁਣ ਮਿਲ ਸਕਦਾ ਹੈ ਇਹ ਤੁਹਾਡੀਆਂ ਉਮੀਦਾਂ ਹੁੰਦੀਆਂ ਨੇ ਜਦੋਂ ਤੁਹਾਡੀਆਂ ਉਮੀਦਾਂ ਪੂਰੀਆਂ ਹੋ ਗਈਆਂ ਨਾ ਉਦੋਂ ਕੀ ਹੋਏਗਾ ਤੁਸੀਂ ਸੰਤੁਲਨ ਦੇ ਵਿੱਚ ਆ ਜਾਓਗੇ ਇਸ ਕਰਕੇ ਆਪਾਂ ਜਿਹੜੀ ਸੰਤੁਲਨ ਦੀ ਸ਼ਰਤ ਹੈ ਉਹ ਬਣਾਉਂਦੇ ਆ MUX PX MUM ਗੱਲ ਕਲੀਅਰ ਹੋ ਗਈ ਹੁਣ ਹਾਲੀ ਗੱਲ ਪੂਰੀ ਨਹੀਂ ਹੋਈ हाले आप सिर्फ ये देखा भी ये संतुलन की शर्त है ठीक है तो उल्टा भी हो सकता है दो केस होर बन सकते ने ये भी हो सकता है भी आ जिहड़ी चीज है ना इहदे तो ज्यादा हो जाए ते ये हो सकता है भी ये इहदे तो घट हो जाए दोनों पॉसिबिलिटीज हैगियां ने अगर वो होएगा तां की होएगा दूजी गल ਆਪਾਂ ਹੁਣ ਇਹਨੂੰ ਇੱਕ ਆਪਾਂ ਟੇਬਲ ਦੇ ਥਰੂ ਤਾਂ ਦਿਖਾਤਾ ਇਹਨੂੰ ਆਪਾਂ ਦਿਖਾਣਾ ਹੈ ਹਾਲੇ ਡਾਇਗਰਾਮ ਦੇ ਥਰੂ ਵੀ ਇਹਦੀ ਆਪਾਂ ਡਾਇਗਰਾਮ ਵੀ ਬਣਾਣੀ ਹੈ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਅਗਲੇ ਲੈਕਚਰ ਇਸ ਟੌਪਿਕ ਨੂੰ ਆਪਾਂ ਕੰਟੀਨਿਊ ਕਰਨ ਵਾਲੇ ਆ ਨਾਲ ਦੇ ਨਾਲ ਆਪਾਂ ਕਰਾਂਗੇ ਦੋ ਵਸਤੂਆਂ ਦੀ ਸਥਿਤੀ ਦੇ ਵਿੱਚ ਉਪਭੋਗਤਾ ਦਾ ਸੰਤੁਲਨ ਇਹ ਆਪਣਾ ਅਗਲਾ ਲੈਕਚਰ ਰਹੇਗਾ ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ ਦੇ ਵਿੱਚ ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ ਥੈਂਕ ਯੂ ਵੈਰੀ ਮਚ